ਇਹ ਪਿਓ ਧੀ ਦਾ ਸੰਯੋਗ ਹੈ। ਇਹ ਮੇਰੀ ਡਾਟਰ ਇਨ ਲਾ ਹੈ, ਮੇਰਾ ਬੇਟਾ ਹੈ ਛੋਟਾ, ਤੇ ਸਕੇ ਭੈਣ ਭਰਾ ਹੀ ਹੈ ਇਹ, ਤੇ ਮੇਰੀ ਬੇਟੀ ਹੈ, ਤੇ ਬੇਟੀ ਰਹੇਗੀ ਸਾਖਰੀ ਸਵਾਸ ਤੱਕ ਬੇਟੀ ਰਹੇਗੀ, ਤੇ ਅਸੀਂ ਮੈਂ ਬੇਟੀ ਵਾਲੇ ਫਰਜ਼ ਮੈਂ ਬਾਪ ਵਾਲੇ ਨਿਭਾਵਾਂਗਾ। मतलब जी ਤੁਸੀਂ ਕੀ ਕਹਿ ਕੇ ਬੁਲਾਉਂਦੇ ਹੁੰਦੇ ਹੋ ਉਹਨਾਂ ਨੂੰ, ਕੀ ਰਿਸ਼ਤਾ ਕੀ ਹੈ ਤੁਹਾਡਾ ਜੀ? मैं बड़े पापा बोलती हूँ। पिताजी को जो इज्जत देते हैं और वही इज्जत हम लोग बड़े पापा को देते हैं। ਬੇਟੀ ਨੂੰ ਆਲੂਆਂ ਵਾਲੇ ਪਰੌਂਠੇ ਤੇ ਮੱਖਣ ਬਹੁਤ ਪਸੰਦ ਹੈ, ਔਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਦੋਂ ਵੀ ਆਉਂਦੀ ਆ ਸਾਡਾ ਸਾਰਾ ਪਰਿਵਾਰ ਹੀ ਆਉਂਦਾ। ਇਹਨਾਂ ਦੇ ਮਾਤਾ ਜੀ ਮੇਰੇ ਭੈਣ ਜੀ ਨੇ, ਉਹ ਇਹਨਾਂ ਦੇ ਪਿਤਾ ਜੀ ਮੇਰੇ ਭਰਾ ਨੇ, ਦੂਜੇ ਇਹਨਾਂ ਦੇ ਭਰਾ ਛੋਟੇ, ਇਹਨਾਂ ਦੇ ਭਰਾ ਉਹ ਮੇਰੇ ਬੱਚੇ ਨੇ, ਉਸ ਸਾਰੇ ਤਿੰਨੇ ਬੱਚੇ ਨੇ ਸਾਡੇ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਲੂਆਂ ਵਾਲੇ ਪਰੌਂਠੇ ਤੇ ਨਾਲ ਮੱਖਣ ਤਾਜ਼ਾ ਇਹਨਾਂ ਨੂੰ ਖਵਾਈਏ, ਅਤੇ ਕਿਉਂਕਿ ਆਪਣੇ ਘਰ ਆਏ ਆ ਅਤੇ ਇਸ ਕਰਕੇ ਕੋਈ ਫਾਰਮੈਲਿਟੀ ਤਾਂ ਹੈ ਨਹੀਂ। ਜਿੱਥੋਂ ਉਹਨਾਂ ਨੂੰ ਜੋ ਵੀ ਚੀਜ਼ ਉਹਨਾਂ ਨੂੰ ਚਾਹੀਦੀ ਉਹ ਆਪਣੇ ਆਪ ਕਰਦੇ ਆ, ਆਪਣੇ ਆਪ ਨਿਸ਼ਚਿੰਤ ਹੋ ਕੇ ਕਰਦੇ ਆ, ਉਹਨਾਂ ਨੂੰ ਕੋਈ ਪੁੱਛਣ ਦੀ ਲੋੜ ਥੋੜ੍ਹੀ ਹੈ। ਅਤੇ ਐਵੇਂ ਅਸੀਂ ਘਰ ਜਾਂਦੇ ਹਾਂ ਇਸ ਤਰ੍ਹਾਂ ਸਾਡੇ ਨਾਲ। हमारे यहाँ पे सुबह चूड़ा दही खाया जाता है, गट हेल्थ के लिए भी बहुत अच्छा होता है। सत्तू खाया जाता है, सत्तू पिया भी जाता है, तो बिहार के लोगों का यही खान पान होता है। जब यहाँ आते हो ज़्यादा खाते हो, घर वाले बोलते होंगे कि हाँ थोड़ा मोटे होके आगे, ज़्यादा खाया वहाँ? नहीं वो पता नहीं, मेरे उसमें है ही नहीं कि मैं मोटी हूँ। मैं बड़ी कोशिश करती हूँ, खाती पीती रहती हूँ, लेकिन मैं हमेशा जब भी बड़े पापा देखते हैं, अरे और दुबली हो गई, और पतली हो गई। ਤੁਸੀਂ ਪੰਜਾਬ ਆਏ ਹੋ, ਇੰਨੀਆਂ ਗੱਲਾਂ ਬਾਤਾਂ ਕੀਤੀਆਂ ਨੇ, ਪੰਜਾਬ ਦੇ ਖੇਤ ਘੁੰਮਦੇ ਹੋ ਨੇੜੇ ਤੇੜੇ, ਕਿਉਂਕਿ ਉਹ ਕਲਚਰ ਜਿਹੜਾ ਇੱਥੇ ਖੁੱਲਾ ਡੁੱਲਾ ਹੈ, ਕਹਿੰਦੇ ਵੀ ਜਿਹੜੇ ਪਿੰਡਾਂ ਦੇ ਵਿੱਚ ਜੇਰੇ ਨੇ। खूब इधर ही बगल में सरसों का खेत है। हम व्लॉग भी बनाते थे, छोटे थे तो आते थे, बहुत वीडियोस बनाते थे यहाँ पे सरसों के ਹੁਣ ਵੀ खेत ਸਵੇਰੇ में। ਘੁੰਮੋਗੇ ਸਮਾਗਮ ਤੋਂ हाँ ਬਾਅਦ? बिल्कुल बिल्कुल, और यहाँ का खाना लंगर शेकेंगे। ਕਿਆ ਬਾਤ ਹੈ। ਸਾਈਂ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ। ਪੀਰ ਬੁੱਧੂ ਸ਼ਾਹ ਦੇ ਕਿੰਨੇ ਪੁੱਤਰ ਸ਼ਹੀਦ ਹੋਏ, ਸਾਲੇ ਸ਼ਹੀਦ ਹੋਏ, ਕਿੰਨੇ ਮਰੀਦ ਸ਼ਹੀਦ ਹੋਏ। ਪੀਰ ਭੀਖਣ ਸ਼ਾਹ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਤਾਂ ਜਾ ਕੇ ਅੰਜਲ ਕੀਤਾ। ਦੱਸੋ ਮੈਨੂੰ ਕਿੱਥੇ 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 ਇਸ ਤਰ੍ਹਾਂ ਦਾ ਕੋਈ ਬੈਨ ਲੱਗਾ? हिंदू और सिख की कहानी अभी से नहीं, बहुत पीछे से चलती आ रही है, गुरु नानक और साहब से चल रही है। बहुत पीछे से चलती आ रही है। कितना त्याग हमारे सिख भाइयों ने किया है, और ये सब तो जग जाहिर है, सबको सब बातें सबने पढ़ी लिखी हैं। तो मेरा तो सौभाग्य है कि मुझे ऐसा परिवार मिला, और मुझे कुछ भी अलग महसूस नहीं होता, ये अपना ही घर महसूस होता है। ਪੰਜਾਬ ਦੇ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚ, ਜਾਂ ਕਹਿ ਲਈਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਖਾਸ ਕਰਕੇ, ਉੱਥੇ ਗਏ ਹੋ, ਦਰਸ਼ਨ ਕੀਤੇ, ਤੇ ਕੀ ਮਹਿਸੂਸ ਕੀ ਕੀਤਾ? बहुत सुकून, बहुत शांति, और वहाँ के जो लोगों ने बताया कि कितनी बड़ी से बड़ी बीमारी हो, उस कुंड में जा कर के और सच्ची श्रद्धा के साथ सरोवर में स्नान करके लोगों के बड़े बड़े दुख दूर हुए हैं। तो ये मैं तो कई बार गई हूँ। मैं पटना में रहती हूँ मोस्ट ऑफ द टाइम, और मैं देखती हूँ हमारे सिख भाई बहन कितने ज़्यादा आस्था के साथ आते हैं, पटना साहिब दर्शन करते हैं, सब अपना मत्था टेकते हैं। इवन हिंदू भी, हम लोग भी जाते हैं तो उसी आस्था के साथ जाते हैं। बहुत स्ट्रॉन्ग बिलीफ है। ख़ास बात जो आपने बोला हिंदू और सिख धर्म में, कि जो कॉमन है कि हम सबका भला चाहते हैं, सबके लिए सद्भाव के बारे में सोचते हैं, और सकारात्मक सोच के साथ आगे बढ़ते, एक दूसरे की मदद कैसे करनी है, जैसे सेवा करने का जो कॉन्सेप्ट है, ये सिख धर्म में है। ਸਿੱਖੀ ਤੇ ਹਿੰਦੂ ਧਰਮ ਦੇ 9 ਮਾਸ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ, ਪਰ ਇਹ ਗੱਲ ਮੈਥਿਲੀ ਠਾਕੁਰ ਨੇ ਸਾਬਤ ਕੀਤੀ ਕਿ ਕਿਸ ਤਰੀਕੇ ਸਿੱਖਾਂ ਦੇ ਨਾਲ ਹਿੰਦੂਆਂ ਦਾ 9 ਮਾਸ ਦਾ ਰਿਸ਼ਤਾ ਹੈ। ਬਿਹਾਰੀ ਪਿਛੋਕੜ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਬਾਪੂ ਨੂੰ ਪਿਓ ਬਣਾ ਕੇ, ਜਾਂ ਉਹ ਆਪਣਾ ਧੀ ਦਾ ਰਿਸ਼ਤਾ ਬਣਾ ਕੇ ਇੱਕ ਹਿੰਦੂ ਤੇ ਸਿੱਖ ਦੀ ਜਿਹੜੀ ਭਾਈਚਾਰਕ ਸਾਂਝ ਦਰਸਾਉਂਦੇ ਨੇ। ਇਸ ਵੇਲੇ ਸਾਡੇ ਨਾਲ ਪਰਿਵਾਰ ਮੌਜੂਦ ਹੈ, ਬਹੁਤ ਸੁਰੀਲੀ ਸੂਝਵਾਨ ਗਾਇਕ ਮੈਥਿਲੀ ਠਾਕੁਰ, ਨਾਲ ਬਾਪੂ ਨਿਸ਼ਾਨ ਸਿੰਘ ਜੀ ਹੁਣੀ। ਮੈਂ ਮੈਥਿਲੀ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ। ਤੁਸੀਂ ਪੰਜਾਬ ਆਏ ਹੋ, ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ? ਜੀ ਪਹਿਲਾਂ ये तो घर है, और कुछ नया नहीं है, क्योंकि यहाँ पे मैं बहुत छोटी थी तब से आ रही हूँ। 7-8 साल हो गए जब मैं पहली बार यहाँ पे आई थी। मैं छठी बार आज इस समागम के लिए यहाँ पहुँची हूँ। मुझे जब जब बुलाया जाता है मैं सब काम छोड़ के यहाँ पहले आती हूँ। क्या बात है। 5 साल पहले भी आए थे, अभी 5 साल लगातार हो गए आते हुए, तो अलग क्या महसूस हो रहा है? पहले साल क्या महसूस किया था, 5 साल हो गए, अब क्या महसूस कर रहे हैं? हर साल उतनी ही ज़्यादा एक्साइटमेंट होती है, उतना ही मन लगता है, उतना ही प्यार मिलता है, और हर बार आते तो लगता है कि बेटी का स्वागत कैसे पहली बार वापस आती है बेटी, तो वो जो स्वागत, तो कभी ऐसा लगा नहीं कि मैं किसी अलग जगह आई हूँ। घर ही है, और घर की तरह ही आती हूँ। पर इतना नाम हो जाए,
तो सिक्योरिटी होती है, बड़ा अहंकार हो जाता है, फिर ये निम्रता कैसे आती है आप में इतनी? जहाँ पे ज़रूरत है वहाँ पे सिक्योरिटी भी रहती है, घर में ज़रूरत नहीं पड़ती है, तो यहाँ पे मैं बस आ जाती हूँ। यहाँ पे ਨਿਮਰਤਾ ਸਹਿਤ ਆਤੀ ਹੈ। ਹਾਂ। ਕੀ ਬਾਤ ਹੈ। ਬਾਪੂ ਜੀ, ਇਹ ਸਫ਼ਰ ਕਿੱਥੋਂ ਸ਼ੁਰੂ ਹੋਇਆ? ਪਿਓਤੀ ਦਾ ਰਿਸ਼ਤਾ ਕਿਵੇਂ ਬਣਿਆ? ਕਿਉਂਕਿ ਉਹ ਬਿਹਾਰ ਦੇ ਨੇ, ਤੁਸੀਂ ਪੰਜਾਬ ਦੇ ਹੋ, ਨੇੜੇ ਤੇੜੇ ਦਾ ਕੋਈ ਰਿਸ਼ਤਾ ਹੀ ਹੈ ਨਹੀਂ ਜੀ। ਇਹ ਗੁਰਬਾਣੀ ਸਤਿਗੁਰ ਸਾਹਿਬ ਜੀ ਦੀ ਕਿਰਪਾ ਜੀ। ਗੁਰਬਾਣੀ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਕੀਤਾ, ਸਾਨੂੰ ਹੁਕਮ ਕੀਤਾ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ। ਜੀ। ਬੇਟੀ ਦਾ ਗੁਣ ਬੜਾ ਵੱਡਾ ਤੇ ਬੇਟੀ ਗੁਰਬਾਣੀ ਗਾਇਨ ਕਰਦੀ ਸੀ। ਅਸੀਂ ਨੈਟ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਬੇਟੀ ਸ਼ਬਦ ਗਾਉਂਦੀ ਹੈ। ਬੇਟੀ ਇੰਡੀਅਨ ਉਸ ਵੇਲੇ ਰਾਈਜ਼ਿੰਗ ਸਟਾਰ ਸੀਗੀ, ਬਾਅਦ ਵਿੱਚ ਤਾਂ ਸਟਾਰ ਵੀ ਬਣੀ ਤੇ ਹੁਣ ਬਹੁਤ ਕੁਛ ਹੈ। ਤੇ ਜਦੋਂ ਸਾਨੂੰ ਪਤਾ ਲੱਗਾ ਕਿ ਬੇਟੀ ਇੰਨੀ ਸੁਰੀਲੀ ਆਵਾਜ਼ ਵਿੱਚ ਇੰਡੀਅਨ ਜਿਹੜੀ ਹੈ ਰਾਈਜ਼ਿੰਗ ਸਟਾਰ ਹੋ ਕੇ ਵੀ ਉਹ ਗੁਰਬਾਣੀ ਗਾਉਂਦੀ ਹੈ, ਦੂਜੇ ਧਰਮ ਨਾਲ ਸੰਬੰਧਿਤ ਹੈ, ਬਿਹਾਰ ਦੀ ਰਹਿਣ ਵਾਲੀ ਹੈ, ਤੇ ਅਸੀਂ ਅਟਰੈਕਟ ਹੋਏ। ਤੇ ਬੇਟੀ ਨੂੰ ਮਿਲਣਾ ਬੜਾ ਔਖਾ ਸੀ ਕਿਉਂਕਿ ਐਡੇ ਵੱਡੇ ਬੰਦੇ ਨੂੰ ਮਿਲਣਾ ਬਹੁਤ ਔਖਾ ਹੁੰਦਾ। ਪਰ ਜਦੋਂ ਮੈਂ ਪਹਿਲੀ ਵਾਰ ਘਰ ਗਿਆ ਤੇ ਇਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ। ਦੋਨੇ ਛੋਟੇ ਬੱਚੇ ਸੀ, ਇਹਨਾਂ ਦੇ ਛੋਟੇ ਭਰਾ ਸੀ, ਬੇਟੀ ਮਿਲੀ। ਪਰ ਸਾਰੇ ਇਸ ਤਰ੍ਹਾਂ ਹੀ ਪਹਿਲੀ ਮਿਲਣੀ ਵਿੱਚ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਹੁਣ ਕਦੇ ਵੀ ਅਲੱਗ ਨਹੀਂ ਹੋਣਗੇ, ਇੱਕ ਪਰਿਵਾਰ ਬਣ ਗਿਆ ਸਾਰਾ ਹੀ। ਔਰ ਮੈਂ ਬੇਟੀ ਮੰਨਿਆ ਤੇ ਉਹਨਾਂ ਨੇ ਮੈਨੂੰ ਆਪਣੇ ਬੜੇ ਪਾਪਾ ਮੰਨਿਆ। ਇਸ ਤੋਂ ਉੱਪਰ ਤਾਂ ਦੁਨੀਆ ਤੇ ਕੋਈ ਰਿਸ਼ਤਾ ਹੀ ਨਹੀਂ ਹੈ। ਔਰ ਜ਼ਰੀਆ ਬਣੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੀ ਬਾਣੀ। ਜਦ ਕਹਿੰਦੇ ਗੁਰੂ ਨੇ ਮਿਲਾਪ ਕਰਾਤਾ, ਇਸ ਤੋਂ ਵੱਡਾ ਹੋਰ ਕੀ ਚਾਹੀਦਾ? ਦੇਖੋ ਜੀ, ਸਾਡੀ ਤਾਂ ਬਾਣੀ ਵਿੱਚ ਹੀ ਤੇ ਸ਼ਬਦ ਦਰਜ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੌੜਾ ਜਾਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਇਹ ਪਿਓ ਧੀ ਦਾ ਸੰਜੋਗ ਹੈ। ਇਹ ਮੇਰੀ ਡਾਟਰ ਇਨ ਲਾ ਹੈ, ਮੇਰਾ ਬੇਟਾ ਹੈ ਛੋਟਾ, ਤੇ ਸਕੇ ਭੈਣ ਭਰਾਈ ਹੈ ਇਹ, ਤੇ ਮੇਰੀ ਬੇਟੀ ਹੈ ਤੇ ਬੇਟੀ ਰਹੇਗੀ, ਸਾਖਰੀ ਸਵਾਸ ਤੱਕ ਬੇਟੀ ਰਹੇਗੀ। ਤੇ ਮੈਂ ਬੇਟੀ ਵਾਲੇ ਫਰਜ਼ ਮੈਂ ਬਾਪ ਵਾਲੇ ਨਿਭਾਵਾਂਗਾ। मतलब जी, ਤੁਸੀਂ ਕੀ ਕਹਿ ਕੇ ਬੁਲਾਉਂਦੇ ਹੁੰਦੇ ਹੋ ਉਹਨਾਂ ਨੂੰ? ਕੀ ਰਿਸ਼ਤਾ ਕੀ ਹੈ ਤੁਹਾਡਾ ਜੀ? मैं बड़े पापा बोलती हूँ। ਕੀ ਬਾਤ ਹੈ। हम लोग जो पिताजी को जो इज़्ज़त देते हैं और वही इज़्ज़त हम लोग बड़े पापा को देते हैं। तो मेरे लिए तो ये परिवार है, इससे ऊपर मैं क्या ही बोलूँ। ਤੁਹਾਡੇ ਘਰ 'ਚ ਕਦੇ ਚਰਚਾ ਛਿੜੀ ਹੈ ਇਸ ਪਰਿਵਾਰ ਨੂੰ ਲੈ ਕੇ? ਕੀ ਗੱਲਾਂ ਹੁੰਦੀਆਂ ਨੇ ਤੁਹਾਡੇ ਆਪਣੇ ਘਰ ਦੇ ਵਿੱਚ? मुझे संकीर्तन से और अच्छे से जोड़ा मुझे यहाँ पे आकर के। मैं इससे पहले क्या सिर्फ यूट्यूब पे अपने कीर्तन गा करके हम तीनों भाई बहन ने पोस्ट किया, लेकिन कभी मंच पे नहीं गाया था कीर्तन को, कभी लोगों के सामने नहीं गाया था। एक बार आई थी, हम पंजाब आए थे, पहली बार कीर्तन किया, वहाँ पे भी इन्होंने देखा सुना। तो जब से यहाँ पे आने लगी तो एक रियाज में आ गया कि कीर्तन सुनना ही है, क्योंकि अगले साल भी सुनाना है, अगले साल और कुछ सुनाना है, तो वो रियाज के अंदर आ गया। तो कीर्तन सुनाने के लिए ये जगह मैं हमेशा आती हूँ, और जब भी बुलाया जाता है मैं फट से आती हूँ। ਜਦੋਂ ਤੁਸੀਂ ਪੰਜਾਬ ਆਏ ਤਾਂ ਤੁਸੀਂ ਵੱਡੀ ਮਹਾਨ ਸ਼ਖਸੀਅਤ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨਾਲ ਕੀਰਤਨ ਕੀਤਾ, ਬਹੁਤ ਵਾਇਰਲ ਹੋਈ ਸੀ ਤੁਹਾਡੀ ਕਲਿੱਪ, ਉਹ ਸੰਗਤ ਕੀਤੀ ਤੁਸੀਂ ਉਹਨਾਂ ਨਾਲ। ਉਸ ਵੇਲੇ ਕੀ ਮਹਿਸੂਸ ਕਰ ਰਹੇ ਸੀ, ਕੀ ਖਿਆਲ ਸੀ ਉਸ ਵੇਲੇ? वो इतने डाउन टू अर्थ हैं, सबसे इतने शालीन हैं, विनम्र हैं कि जिस जगत में उनको लोग देखते हैं अपने उनके कीर्तन से मैं प्रभावित होकर के मैंने कीर्तन गाना शुरू किया। तो मेरे लिए तो बहुत बड़ी बात थी कि वो मेरे साथ बैठ कर के गा रहे हैं, या फिर मुझे वो गाने दे रहे हैं, मतलब एक स्पेस दे रहे हैं कि मैं अपनी बात रखूं, कि अपनी तरीके से गाऊं। और एक में तो वो मेरे पीछे भी बैठ के कोरस कर रहे हैं, तो ये उनका बड़प्पन है कि अपने से छोटे जो हैं, जो उनको देख सुन के बड़े हो रहे हैं, तो उसको ऐसे प्रोत्साहित करना। तो बड़े भाई जी को देख करके बहुत ही ज़्यादा मैं प्रभावित हुई थी कीर्तन गाने के लिए। मुझे मोटिवेट उन्होंने ही किया था, और उनके वीडियोस से ही मैं मोटिवेट हुई। ਕੀ ਬਾਤ। ਤੁਸੀਂ ਬੜੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗਾਇਨ ਕਰਦੇ ਹੋ, ਪਰ ਜਦ ਪੰਜਾਬੀ ਗੁਰਮੁਖੀ ਗੁਰਬਾਣੀ ਦਾ ਗਾਇਨ ਕਰਨਾ ਸ਼ੁਰੂ ਕੀਤਾ ਤਾਂ ਵੱਖਰਾ ਕੀ ਮਹਿਸੂਸ ਹੋਇਆ ਸੀਗਾ? वखरा मतलब अलग, डिफिकल्ट, हाँ, डिफरेंट क्या महसूस हुआ था? अलग क्या कि बहुत शांति मिलती है, एक तो बहुत सुकून के साथ सुनते हैं, और जब उसको गाते हैं तो अलग शांति खुद भी महसूस होती है। और सबसे पहले तो मैं उसका ट्रांसलेशन करके देखती हूँ कि इसका मतलब क्या है, ताकि जब मैं गाऊँ तो उस चीज़ से कनेक्ट कर पाऊँ। बहुत सोहनी गल है, तुसी मतलब कल्ला बोलना नहीं, उसनू समझना भी सीख रहे हो ना। अगर मैं खुद समझ के गाऊंगी तो शायद सामने वालों से मैं भी कनेक्ट करके उनको सुना पाऊंगी। तो भक्ति संगीत का अर्थ ही यही है कि आप जब खुद भक्ति से जुड़ करके रहते हैं तो आप सामने वालों को भी जोड़ सकते हैं। तो इसी तरीके से मैंने कोशिश की। ਪੰਜਾਬ ਦੀ ਮਿੱਟੀ, ਪੰਜਾਬ ਦਾ ਸੱਭਿਆਚਾਰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ ਇੱਥੇ ਆ ਕੇ ਤੁਹਾਨੂੰ?
यहाँ पे सब जो सत्कार करने का तरीका है, यहाँ पे खिलाने पिलाने का बहुत ही बढ़ चढ़ के खिलाते पिलाते हैं, तो वो बहुत अच्छा लगता है कि यहाँ पे सत्कार बहुत अच्छा मिलता है। जब पता चलता है कि पंजाब को जाना है तो सबसे पहली चीज़ क्या आती है मन में, खाना क्या है जाके सबसे पहले यहाँ? यहाँ पे मैं कभी भी आती हूँ, अमृतसर लैंड करते हैं तो हम लोग बन के ऊपर जो बटर लगा के ज्ञानी का और उनके चाय के साथ मस्का बटर वो भी खाते हुए आते हैं। सुबह की फ्लाइट होती है तो सुबह 5 बजे वहाँ पे चाय बननी शुरू होती है, तो हम लोग वो खाते हुए ही आगे बढ़ते हैं। सबसे पहली जो डाइट मील है वो आपकी यही रहेगी, बंद मक्खन और चाय? हाँ हाँ हाँ, बहुत टेस्टी लगता है। और बिहार में सुबह क्या नाश्ता करते हैं? हमारे यहाँ पे सुबह चूड़ा दही खाया जाता है, गट हेल्थ के लिए भी बहुत अच्छा होता है। सत्तू खाया जाता है, सत्तू पिया भी जाता है, तो बिहार के लोगों का यही खान पान होता है। जब यहाँ आते हो ज़्यादा खाते हो, घर वाले बोलते होंगे कि हाँ थोड़ा मोटे होके आगे, ज़्यादा खाया वहाँ? नहीं नहीं, वो पता नहीं मेरे उसमें है ही नहीं कि मैं मोटी हूँ। मैं बड़ी कोशिश करती हूँ, खाती पीती रहती हूँ, लेकिन मैं हमेशा जब भी बड़े पापा देखते हैं, अरे और दुबली हो गई और पतली हो गई, 10 दिन यहाँ रुक के जा फिर। हाँ, तो वही तो है ही, लाड है सबका। मुझे सुनने में आया इस बार आपने फोन करके बोला था कि मैंने आना है, अभी आपने बुलाया नहीं, बट मैं पहले आऊंगी। हाँ, बात हुई थी जब, तो फिर मैंने पूछा कब हो रहा है कीर्तन, क्योंकि मैं पिछले साल नहीं आ पाई थी जी। तो 1 साल जो गैप हो गया, तो मैं बड़ी घबराहट हो रही थी कि अब मुझे फिर से आना है ऐसा। अच्छा, एक्साइटमेंट और बढ़ती है कि जैसे जैसे अगला साल आता जाएगा तो आना है जी। हाँ, क्योंकि मैंने तैयार किया ना, और शब्द कीर्तनों के कहाँ सुनाऊंगी तो इसीलिए। तो रियाज कैसे चलता है, क्योंकि ਗੁਰਮੁਖੀ ਤੁਸੀਂ ਹਲੇ ਜਾਣਦੇ ਨਹੀਂ, ਹੌਲੀ ਹੌਲੀ ਸਿੱਖ ਵੀ ਰਹੇ ਹੋ ਇਹਨਾਂ ਨਾਲ, ਫਿਰ ਪੰਜਾਬੀ ਤੁਸੀਂ ਬਹੁਤ ਸੋਹਣੀ ਵੀ ਬੋਲ ਲੈਂਦੇ ਹੋ ਕੀਰਤਨ ਕਰਦੇ ਆ, ਫਿਰ ਇਹ ਮੁਸ਼ਕਿਲ ਲੱਗਦੀ ਹੈ ਜਾਂ ਪ੍ਰयास ਕਰਦੇ ਹੋ ਇਸ ਚੀਜ਼ ਦਾ? मैं 5वीं कक्षा में थी तो हमारे नगर निगम के स्कूल में गुरुमुखी हमारे टीचर पढ़ाया करती थी। ओके, बिहार दे विच? नहीं, दिल्ली में। हम लोग दिल्ली में, मैं 7 साल की थी, उसके बाद मैं दिल्ली आ गई थी। तो हम एक MCD स्कूल में पढ़ते थे, उधर गुरुमुखी पढ़ाया जाता था, और मुझे लिपि भी कहीं ना कहीं उतनी समझ आ जाती थी कि आसान भाषा में जो कर लिखी हो तो मैं समझ पाती थी। फिर धीरे धीरे वही डॉट मिलाते मिलाते जब मैंने कीर्तन के जो इंटरनेट पे बोल होते हैं उसको देखना शुरू किया, लेकिन फिर एक ऐसा महसूस किया जब गाते हैं तो उसका डिक्शन थोड़ा अलग होता है, जो लिखा होता है उससे थोड़ा अलग एक्सेंट में गाया जाता है। अलग अलग रागियों ने भी थोड़ा अलग उसका डिक्शन पकड़ा है, तो मैं देखती हूँ कि मुझे क्या समझ आ रहा है, किस तरीके से गाना है, ताकि प्रोनाउंसिएशन में कोई त्रुटि ना हो। ਉਹ ਧੁਨ ਜਿਹੜੀ ਹੈ ਉਹ ਰਾਗ ਨੇ ਜਾਂ ਉਹ ਕਹਿ ਲਈਏ ਸ਼ਬਦ ਗੁਰਬਾਣੀਆਂ, ਉਹ ਯਾਦ ਰਹਿ ਜਾਂਦਾ ਹੈ ਜਦੋਂ ਸੁਣਦੇ ਹੋ ਤੁਸੀਂ? हाँ हाँ बिल्कुल, एक बार चलता रहता है, 1 घंटा सुन लिया तो याद रह जाता है। ਕਦੇ ਹੋਇਆ ਦਿਮਾਗ ਦੇ ਵਿੱਚ ਕਿ ਸ਼ਬਦ ਯਾਦ ਨਾ ਆਉਂਦਾ ਹੋਵੇ ਪਰ ਉਹ ਰਾਗ ਨੇ ਜਿਹੜੀ ਉਹ ਧੁਨ ਹੈਗੀ ਆ ਉਹ ਯਾਦ ਰਹਿੰਦੀ ਹੈ? सबसे पहले धुन याद होती है, फिर शब्द भी याद हो जाता है। ਕੀ ਬਾਤ ਹੈ। ਲੱਗਦਾ ਹੈ ਗੀਤ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਤੁਸੀਂ ਪੰਜਾਬ ਆਏ ਹੋ, ਪੰਜਾਬ ਦੇ ਵਿੱਚ ਵੀ ਗੁਰਬਾਣੀ ਪੜ੍ਹਦੇ ਆਏ ਹੋ ਜੀ। संगीत एक ऐसी चीज़ है, वो हर धर्म भाषा हर एक चीज़ से ऊपर की चीज़ है। संगीत से अगर आप जुड़े हो तो आपको देखना ही नहीं है कि धर्म क्या, जाति क्या, भाषा क्या, बोली क्या, मतलब वो अपने आप दिमाग से निकल जाती है। सबको जोड़ के रखता है। हाँ, संगीत दुनिया को जोड़ने वाली चीज़ है। क्या बात। ਬਾਪੂ ਜੀ ਕੋਈ ਵਾਕਿਆ ਦੱਸੋ ਕਿ ਇਸ ਪਰਿਵਾਰ ਦੇ ਵਿੱਚ ਐਸਾ ਕੀ ਚੱਲਦਾ ਕਿ ਇਸ ਨੂੰ ਆਪਣੇ ਪਰਿਵਾਰ ਦੀ ਵੀ ਜਿਹੜੀ ਕਮੀ ਮਹਿਸੂਸ ਨਹੀਂ ਹੁੰਦੀ ਜੀ? ਨਹੀਂ ਜੀ, ਇਹ ਤਾਂ ਕੋਈ ਬਣਾਉਟੀ ਚੀਜ਼ ਨਹੀਂ ਆ, ਆਪਣੇ ਆਪ ਅੰਦਰੋਂ ਹੀ ਆ, ਕੁਦਰਤੀ ਹੋਇਆ ਸਭ ਕੁਝ ਇਹ। ਤੇ ਮੈਂ ਜਾ ਕੇ ਬੇਟੀ ਕੋਲ ਰਹਿਣਾ ਵੀ ਆ, ਤੇ ਬੇਟੀ ਨੂੰ ਮੈਂ ਤੁਹਾਨੂੰ ਇੱਕ ਗੱਲ ਹੀ ਸੁਣਾ ਦਿੰਦਾ ਜੀ। ਇੱਕ ਦਿਨ ਮੈਂ ਦਿੱਲੀ ਵਿੱਚ ਬੇਟੀ ਦੇ ਕੋਲ ਰਾਤ ਰਿਹਾ, ਤੇ ਰੋਟੀ ਖਾਣ ਲੱਗੇ ਤੇ ਬੇਟੀ ਨੇ ਚੌਲ ਬਣਾਏ ਸੀ, ਤੇ ਕਿਉਂਕਿ ਚਪਾਤੀ ਰੋਟੀ ਬਣਾਉਣੀ ਨਹੀਂ ਆਉਂਦੀ ਸੀ, ਤੇ ਚੌਲ ਬਣਾ ਕੇ ਤੇ ਮੈਂ ਟੇਬਲ ਤੇ ਬੈਠਾ ਖਾ ਰਿਹਾ ਸੀ, ਤੇ ਬੈਕ ਸਾਈਡ ਤੇ ਮੇਰੇ ਕਿਚਨ ਸੀ, ਤੇ बेटी ਉੱਥੇ कोई काम कर रही थी, कहती आज मैं अपने हाथ से खाना खिलाऊंगी। मैं कहा सबसे बढ़िया बात है, मेरे लिए बहुत अच्छी है। तो मैंने पीछे से सुना, रसोई में से आवाज़ आ रही थी किड़किड़ की, ऐसे ना जैसे कोई जल रहा है कुछ। अच्छा। मैंने सोचा पता नहीं क्या हो रहा है, कुछ कर रहे होंगे। तो इतने में क्या हुआ, मेरे पीछे से एक मतलब बेटी का हाथ आया, इतना आगे को आया, तो हाथ में बड़ा कड़छी थी, कड़छा बड़ा, तो पूरा घी में उसमें भरा हुआ था। तो बेटी ने एकदम वो सारा का सारा ही मेरे वो चौलों के ऊपर डाल दिया। अच्छा, क्यों पाता? हाँ जी, क्यों पाता, तो मैं हिंदी बोल रहा सी बेटी करके। तो वो मैं क्या बेटा इन्ना क्यों होते, कहते कि तुसी तो इन्ना मक्खन खाते हो, खवाते हो। तो बेटी नूं आलूआं वाले परौंठे ते मक्खन बहुत पसंद है, और साडी कोशिश हुंदी है भी जदों भी आउंदी है, साडा सारा परिवार ही आउंदा। इन्हां दे माता जी मेरे भैन जी ने, ਉਹ ਇਹਨਾਂ ਦੇ ਪਿਤਾ ਜੀ ਮੇਰੇ ਭਰਾ ਨੇ, ਦੂਜੇ ਇਹਨਾਂ ਦੇ ਭਰਾ ਛੋਟੇ, ਇਹਨਾਂ ਦੇ ਭਰਾ ਉਹ ਮੇਰੇ ਬੱਚੇ ਨੇ, ਉਸ ਸਾਰੇ 3 ਬੱਚੇ ਨੇ ਸਾਡੇ।
ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਲੂ ਵਾਲੇ ਪਰੌਂਠੇ ਤੇ ਨਾਲ ਮੱਖਣ ਤਾਜ਼ਾ ਇਹਨਾਂ ਨੂੰ ਖਵਾਈਏ। ਤੇ ਕਿਉਂਕਿ ਆਪਣੇ ਘਰ ਆਏ ਆ ਤੇ ਇਸ ਕਰਕੇ ਕੋਈ ਫਾਰਮੈਲਿਟੀ ਤਾਂ ਹੈ ਨਹੀਂ। ਜਿੱਥੋਂ ਉਹਨਾਂ ਨੂੰ ਜੋ ਵੀ ਚੀਜ਼ ਉਹਨਾਂ ਨੂੰ ਚਾਹੀਦੀ ਉਹ ਆਪਣੇ ਆਪ ਕਰਦੇ ਆ, ਆਪਣੇ ਆਪ ਨਿਸ਼ਚਿੰਤ ਹੋ ਕੇ ਕਰਦੇ ਆ, ਉਹਨਾਂ ਨੂੰ ਕੋਈ ਪੁੱਛਣ ਦੀ ਲੋੜ ਥੋੜ੍ਹੀ ਹੈ। ਤੇ ਐਵੇਂ ਹੀ ਅਸੀਂ ਘਰ ਜਾਂਦੇ ਹਾਂ ਇਸ ਤੇ ਸਾਡੇ ਨਾਲ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਆਪਣੇ ਘਰ ਮਤਲਬ ਇੱਕ ਦੂਜਾ ਘਰ ਆ ਕੇ ਦੂਜਾ ਘਰ ਤਾਂ ਹੈ ਹੀ ਕੋਈ ਨਹੀਂ ਗਾ। ਪਰ ਬਾਪੂ ਜੀ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਇਹ ਸਮਾਂ ਅੱਜ ਬੜਾ ਧਰਮਾਂ ਦੇ ਵਿੱਚ ਵੰਡਿਆ ਹੋਇਆ ਹੈ। ਮੈਂ ਅਕਸਰ ਦੇਖਦਾ ਆ ਹਰ ਕੋਈ ਕਹਿੰਦਾ ਮੇਰਾ ਧਰਮ ਉੱਚਾ, ਹਰ ਕੋਈ ਧਰਮਾਂ ਦੇ ਵਿੱਚ ਲੜਦਾ ਰਹਿੰਦਾ ਹੈ। ਪਰ ਇਹ ਧਰਮਾਂ ਦੀ ਲੜਾਈ ਦੇ ਵਿੱਚ ਇੱਕ ਤੁਸੀਂ ਭਾਈਚਾਰਕ ਸਾਂਝ, ਧਰਮਾਂ ਦੀ ਜਿਹੜੀ ਸਾਂਝ ਦੇ ਰਹੇ ਹੋ ਉਸ ਬਾਰੇ ਜ਼ਰੂਰ ਦੱਸੋ। ਦੇਖੋ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਭ ਤੋਂ ਨੇੜਲਾ ਸਾਥੀ ਭਾਈ ਮਰਦਾਨਾ ਸਾਹਿਬ ਸੀ ਜੀ। ਦੂਸਰਾ ਉਹਨਾਂ ਦਾ ਸਾਥੀ ਭਾਈ ਬਾਲਾ ਜੀ ਸੀ, ਜੱਟ ਸੰਧੂ ਸੀਗੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਲਿਖਾਰੀ ਜਿਹੜੇ ਆ ਭਾਈ ਨੰਦ ਲਾਲ ਸਾਹਿਬ ਸੀਗੇ। ਹਾਂਜੀ। ਔਰ ਉਹਨਾਂ ਦੇ ਸਭ ਤੋਂ ਨੇੜੇ ਦੇ ਉਹਨਾਂ ਦੇ ਜਿਹੜੇ ਮਤਲਬ ਉਹਨਾਂ ਨੂੰ ਮੰਨਣ ਵਾਲੇ ਸੀ, ਉਹਨਾਂ 'ਚ ਪੀਰ ਬੁੱਧੂ ਸ਼ਾਹ ਸੀਗੇ, ਪੀਰ ਭੀਖਣ ਸ਼ਾਹ ਸੀਗੇ। ਆਪਾਂ ਕਦੀ ਵੀ ਇਸ ਤਰ੍ਹਾਂ ਨਹੀਂ ਹੈਗਾ, ਇਨਸਾਨ ਹੈ, ਜਿਹਦੇ ਇਨਸਾਨ ਵਿੱਚ ਗੁਣ ਆ ਨਾ ਉਸ ਨੂੰ ਸਭ ਤੋਂ ਵੱਧ ਵੇਟੇਜ ਦੇਣੀ ਪੈਂਦੀ ਆ। ਤੇ ਉਹਦੇ ਨਾਲ ਹੀ ਮਿਲਾਪ ਜਿਹੜਾ ਉਹ ਸਭ ਤੁਹਾਨੂੰ ਵਾਰਾ ਵੀ ਉਹਦੇ ਨਾਲ ਹੀ ਖਾਊਗਾ। ਮਤਲਬ ਹਰ ਧਰਮ 'ਚ ਚੰਗੇ ਤੇ ਹਰ ਧਰਮ 'ਚ ਬੁਰੇ ਲੋਕ ਨੇ, ਕੋਈ ਵੀ ਇੱਕ ਧਰਮ ਬੁਰਾ ਨਹੀਂ ਤੇ ਕੋਈ ਵੀ ਇੱਕ ਧਰਮ ਸਭ ਕੰਪਲੀਟਲੀ ਚੰਗਾ ਨਹੀਂ ਹੋ ਸਕਦਾ। ਕਿਉਂਕਿ ਧਰਮ ਚੰਗਾ ਹੋ ਸਕਦਾ, ਵਿੱਚ ਵਸਣ ਵਾਲੇ ਲੋਕ ਜਿਹੜੇ ਆ, ਮਤਲਬ ਉਹਦੇ ਵਿੱਚ ਰਹਿਣ ਵਾਲੇ ਲੋਕ, ਉਸ ਨੂੰ ਫਾਲੋ ਕਰਨ ਵਾਲੇ ਲੋਕ ਸਾਰੇ ਨਹੀਂ ਚੰਗੇ ਹੁੰਦੇ ਤੇ ਸਾਰੇ ਬੁਰੇ ਨਹੀਂ ਹੁੰਦੇ। ਲੇਕਿਨ ਜੇ ਤੁਸੀਂ ਦੁਨੀਆ ਦੇ ਵਿੱਚ ਉੱਚਾ ਉੱਠਣਾ ਨਾ, ਤੇ ਤੁਹਾਨੂੰ ਇਹ ਜਿਹੜੀ ਗੱਲ ਹੈ, ਇਹ ਲਿਮਿਟ ਜਿਹੜੀ ਹੈਗੀ ਆ, ਜਿਹੜੀ ਇਹ ਹਰਡਲਸ ਜਿਹੜੀਆਂ ਨੇ, ਇਹਨਾਂ ਨੂੰ ਪਾਰ ਕਰਨਾ ਪਊਗਾ ਤੁਹਾਨੂੰ। ਜੋ ਸਾਨੂੰ ਹੁਕਮ ਹੀ ਇਹ ਹੈ ਕਿ ਮਤਲਬ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਵੋ, ਇੱਕ ਪਿਤਾ ਇੱਕ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਫਿਰ ਜਦੋਂ ਸਾਨੂੰ ਇਹ ਹੁਕਮ ਹੈ ਤੇ ਮੈਨੂੰ ਇਹ ਦੱਸੋ ਨਾ ਵੀ ਉਹ ਫਿਰ ਬਾਕੀ ਕੀ ਰਹਿ ਗਿਆ। ਹੁਣ ਜਿਹੜੇ ਕਿੰਨੀਆਂ ਆਪਾਂ ਉਦਾਹਰਨਾਂ ਦਿੱਤੀਆਂ, ਸਾਈਂ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ। ਪੀਰ ਬੁੱਧੂ ਸ਼ਾਹ ਦੇ ਕਿੰਨੇ ਪੁੱਤਰ ਸ਼ਹੀਦ ਹੋਏ, ਸਾਲੇ ਸ਼ਹੀਦ ਹੋਏ, ਕਿੰਨੇ ਮਰੀਦ ਸ਼ਹੀਦ ਹੋਏ। ਪੀਰ ਭੀਖਣ ਸ਼ਾਹ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਤਾਂ ਜਾ ਕੇ ਅੰਜਲ ਕੀਤਾ। ਦੱਸੋ ਮੈਨੂੰ ਕਿੱਥੇ ਇਸ ਤਰ੍ਹਾਂ ਦਾ ਕੋਈ ਬੈਨ ਲੱਗਾ। ਇਹ ਤਾਂ ਸਿੱਖੀ ਦੇ ਕਲਾਵੇ ਲੈਂਦੀ ਆ ਪੂਰੇ ਵਿਸ਼ਵ ਨੂੰ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਵੇਖੋ ਤੁਸੀਂ, ਭਗਤ ਧੰਨਾ ਜੀ ਨੇ, ਰਵਿਦਾਸ ਜੀ ਨੇ, ਸੈਣ ਜੀ ਨੇ, ਬੇਣੀ ਜੀ ਨੇ, ਔਰ ਉਹਦੇ 'ਚ ਕਿੰਨੇ ਦੂਸਰੇ ਤੁਸੀਂ ਦੇਖੋ, ਭੱਟ ਸਾਹਿਬਾਨ ਨੇ, ਹਿੰਦੂ ਭਗਤ ਕਿੰਨੇ ਨੇ, ਮੁਸਲਮਾਨ ਕਬੀਰ ਸਾਹਿਬ ਜੀ ਨੇ, ਬਾਬਾ ਸ਼ੇਖ ਫਰੀਦ ਜੀ ਨੇ। ਤੁਸੀਂ ਕਿਵੇਂ ਕਰ ਦੋਗੇ ਮਨੁੱਖ ਨੂੰ ਜਾਤਾਂ ਵਿੱਚ ਕਿਵੇਂ ਵੰਡੋਗੇ? ਇਹੀ ਤਾਂ ਸਭ ਤੋਂ ਉੱਪਰ ਦਾ ਧਰਮ ਆ। ਸਿੱਖੀ ਸਾਰਿਆਂ ਨੂੰ ਕਲਾਵੇ ਲੈਂਦੀ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਿਵਿੰਗ ਗੁਰੂ ਨੇ। ਸਾਡਾ ਤਾਂ ਮਾਰਗ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ, ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਹੈ, ਸਾਡਾ ਰੱਬ ਗੁਰੂ ਗ੍ਰੰਥ ਸਾਹਿਬ। ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਹੀ ਇਹ ਹੈ ਵੀ ਤੁਸੀਂ ਸਭ ਨਾਲ ਪਿਆਰ ਕਰਨਾ ਤੇ ਸਭ ਨੂੰ ਆਪਣਾ ਬਣਾ ਕੇ ਰੱਖਣਾ। ਤੇ ਅਸੀਂ ਸਭਨਾਂ ਦੇ ਵੀ ਤਾਂ ਅਸੀਂ ਵੀ ਉਹਨਾਂ ਦੇ ਮਿੱਤਰ ਹਾਂ। ਤੇ ਇਹ ਸਾਡੀ ਬੇਟੀ ਆ। ਤੇ ਹੁਣ ਇਸ ਤੋਂ ਵੱਧ ਤਾਂ ਕੋਈ ਹੈ ਹੀ ਨਹੀਂ, ਦੁਨੀਆ ਤੋਂ ਕੋਈ ਰਿਸ਼ਤਾ ਕੋਈ ਨਹੀਂ ਹੈ। ਤੇ ਗੁਰੂ ਨੇ ਬਣਾਇਆ ਸ਼ਬਦ ਵਿੱਚ ਆ। ਜੇ ਹੋ ਸਕਦਾ ਬੇਟੀ ਸ਼ਬਦ ਨਾ ਗਾਉਂਦੀ ਹੁੰਦੀ ਤੇ ਰਿਸ਼ਤਾ ਨਾ ਬਣਦਾ। ਮੈਥਲੀ ਜੀ, ਮੈਂ ਇੱਕ ਚਲੋ ਇਹ ਜੋ ਪਰਿਵਾਰ ਬਣਿਆ ਹੈ ਕਿਸਮਤ ਹੁੰਦੀ ਹੈ, ਕਹਿੰਦੇ ਲਿਖੇ ਹੁੰਦੇ ਨੇ, ਲੇਖ ਲਿਖੇ ਹੁੰਦੇ ਆ, ਸਾਰਾ ਕੁਝ ਹੋਣਾ ਹੁੰਦਾ। ਪਰ ਹੋਰ ਵੀ ਸਟੇਟਾਂ ਸੀਗੀਆਂ, ਹੋਰ ਵੀ ਬੰਦੇ ਸੀਗੇ, ਪੰਜਾਬ ਦੇ ਵਿੱਚ ਵੱਖਰਾ ਕੀ ਦੇਖ ਰਿਹਾ ਤੁਹਾਨੂੰ? यहाँ पे तो है एक अलग एनर्जी है। और मैं पटना में रहती हूँ मोस्ट ऑफ द टाइम, और मैं देखती हूँ हमारे सिख भाई बहन कितने ज़्यादा आस्था के साथ आते हैं, पटना साहिब दर्शन करते हैं, सब अपना मत्था टेकते हैं। इवन हिंदू भी, हम लोग भी जाते हैं तो उसी आस्था के साथ जाते हैं। बहुत स्ट्रॉन्ग बिलीफ है। तो ऐसा नहीं है कि हम अलग अलग सोचते हैं। तो एक तो ख़ास बात जो आपने बोला हिंदू और सिख धर्म में, कि जो कॉमन है कि हम सबका भला चाहते हैं, सबके लिए सद्भाव के बारे में सोचते हैं और सकारात्मक सोच के साथ आगे बढ़ते, एक दूसरे की मदद कैसे करनी है। जैसे सेवा करने का जो कॉन्सेप्ट है ये सिख धर्म में है। हम लोग भी इतना ज़्यादा कनेक्टेड फील करते हैं कि पॉजिटिव थिंकिंग है, बहुत सकारात्मक सोच के साथ आगे बढ़ना। तो इसीलिए वो कहीं ना कहीं, और हिंदू और सिख की कहानी अभी से नहीं, बहुत पीछे से चलती आ रही है। और बहुत पीछे से चलती आ रही है। कितना त्याग हमारे सिख भाइयों ने किया है, और ये सब तो जग जाहिर है सबको, सब बातें सबने पढ़ी लिखी हैं। तो मेरा तो सौभाग्य है कि मुझे ऐसा परिवार मिला और मुझे कुछ भी अलग महसूस नहीं होता, ये अपना ही घर महसूस होता है।
ਤੁਸੀਂ ਪਟਨਾ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਂ 'ਚ ਜਾ ਕੇ ਦਰਸ਼ਨ ਕੀਤੇ ਹੋਣਗੇ। ਪੰਜਾਬ ਦੇ ਕਿਹੜੇ-ਕਿਹੜੇ ਗੁਰਦੁਆਰਿਆਂ ਦੇ ਵਿੱਚ ਜਾਂ ਕਹਿ ਲਈਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਖਾਸ ਕਰਕੇ ਉੱਥੇ ਗਏ ਹੋ, ਦਰਸ਼ਨ ਕੀਤੇ ਅਤੇ ਕੀ ਮਹਿਸੂਸ ਕੀ ਕੀਤਾ ਉੱਥੇ? बहुत सुकून, बहुत शांति। और वहाँ के जो लोगों ने बताया कि कितनी बड़ी से बड़ी बीमारी हो उस कुंड में जा कर के और सच्ची श्रद्धा के साथ सरोवर में स्नान करके लोगों के बड़े बड़े दुख दूर हुए हैं। तो ये मैं तो कई बार गई हूँ और मैंने लोगों के अंदर वो भाव भी देखा है, जिस भाव से लोग इतनी बड़ी बड़ी लंबी लंबी कतार को पार करते हुए जाते हैं, दर्शन करते हैं। ਜਿਵੇਂ ਅਸੀਂ ਗੱਲ ਕਰ ਰਹੇ ਸੀ ਹਿੰਦੂ ਸਿੱਖਾਂ ਦੀ ਏਕਤਾ ਦੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਗੱਲ ਆਖੀ ਸਾਂਝੀਵਾਲਤਾ ਦੇ ਪ੍ਰਤੀਕ ਦੇ ਕਿ ਸਾਰਿਆਂ ਨੂੰ ਏਕਤਾ ਦੇ ਨਾਲ ਰਹਿਣਾ ਚਾਹੀਦਾ। ਪਰ ਅੱਜ ਧਰਮ ਵੰਡੇ ਹੋਏ ਨੇ, ਲੋਕ ਪਾੜ ਪੈ ਗਏ, ਦਰਾਰ ਬਣ ਗਈ ਹੈ ਇੱਕ। ਪਰ ਲੱਗਦਾ ਕਿ ਗੁਰਬਾਣੀ ਰਾਹੀਂ ਜਾਂ ਸੰਗੀਤ ਰਾਹੀਂ ਲੋਕਾਂ ਨੂੰ ਵਾਪਸ ਜੋੜਿਆ ਜਾ ਸਕਦਾ ਹੈ, ਦਰਾਰ ਖਤਮ ਕੀਤੀ ਜਾ ਸਕਦੀ ਹੈ ਜੀ। संगीत जिसके मन में है, जिसको संगीत समझ में आता है, उसके अंदर कभी भी दरार वाली भावना नहीं उत्पन्न होगी। क्या बात, मुझे क्या ऐसा बात, लगता है, बहुत क्योंकि क्या बात है। जिसके अंदर संगीत नहीं है वो सुर नहीं है तो वो असुर समान है। भगवान का आशीर्वाद है कि आप गा पा रहे हैं, गाने को अप्रिशिएट कर पा रहे हैं, गाने को समझ पा रहे हैं, संगीत को समझ पा रहे हैं, आत्मसात कर पा रहे हैं। तो अपने आप में ही वो भगवान के बहुत करीब हैं, गुरु के बहुत करीब है, जिनको संगीत से लगाव है। तो हम तो, मेरे तो दिमाग में कभी आता ही नहीं है कि हम अलग धर्म में जा कर के कुछ गा रहे हैं। मुझे तो सब अपना ही लगता है। ਤੁਸੀਂ ਪੰਜਾਬ ਆਏ ਹੋ, ਇੰਨੀਆਂ ਗੱਲਾਂ ਬਾਤਾਂ ਕੀਤੀਆਂ ਨੇ, ਪੰਜਾਬ ਦੇ ਖੇਤ ਘੁੰਮਦੇ ਹੋ ਨੇੜੇ ਤੇੜੇ, ਕਿਉਂਕਿ ਉਹ ਕਲਚਰ ਜਿਹੜਾ ਇੱਥੇ ਖੁੱਲਾ ਡੁੱਲਾ ਹੈ, ਕਹਿੰਦੇ ਵੀ ਜਿਹੜੇ ਪਿੰਡਾਂ ਦੇ ਵਿੱਚ ਜੇਰੇ ਨੇ। खूब इधर ही बगल में ही सरसों का खेत है। हम व्लॉग भी बनाते थे, छोटे थे तो आते थे, बहुत वीडियोस बनाते थे यहाँ पे सरसों के ਹੁਣ ਵੀ खेत ਸਵੇਰੇ में। ਘੁੰਮੋਗੇ ਸਮਾਗਮ ਤੋਂ हाँ ਬਾਅਦ? बिल्कुल बिल्कुल। और यहाँ का खाना लंगर शेकेंगे। ਕਿਆ ਬਾਤ ਹੈ, ਕਿਆ ਬਾਤ ਹੈ। ਹੁਣ देखिए, ਸਾਨੂੰ ਮੌਕਾ ਮਿਲਿਆ ਹੋਵੇ, ਤੁਹਾਡੇ ਕੋਲ ਦੋ ਸ਼ਬਦ ਜਾਂ ਗੁਰਬਾਣੀ ਕੁਝ ਵੀ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋਵੋ, ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਸਤਿਕਾਰ ਪਿਆਰ ਬਹੁਤ ਮਿਲਦਾ ਆ। ਮੈਂ ਚਾਹੁੰਦਾ ਇੱਕ ਵਾਰੀ ਜ਼ਰੂਰ ਗੁਰਬਾਣੀ ਜਾਂ ਕੋਈ ਦੋ ਜਿਹੜੇ ਸ਼ਬਦ ਤੇ ਬੋਲਨੇ ਜ਼ਰੂਰ ਸੁਣਾਇਓ। सिमर 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 नाम जीवा, तन मन होवे निहाला, चरण कमल तेरे तोए तोए पीवा, मेरे सतगुरु दीन दयाला। चरण कमल तेरे तोए तोए पीवा, मेरे सतगुरु दीन दयाला। सिमर 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 नाम जीवा, तन मन होए निहाला, चरण कमल तेरे धोए धोए पीवा, मेरे सतगुरु दीन दयाला। ਕਿਆ ਬਾਤ। ਇਹ ਜਦੋਂ ਗੁਰਬਾਣੀ ਪੜ੍ਹਦੇ ਹੋਏ ਤੁਸੀਂ ਦੱਸਿਆ, मैं ਇਹਨੂੰ बहुत ਸੁਣਦੇ, ਇਹ ਸ਼ਬਦ ਨੂੰ ਬਹੁਤ ਪਿਆਰ ਕਰਦੀ ਹਾਂ, ਬੜਾ ਵਧੀਆ ਲੱਗਦਾ ਹੈ ਸੁਣ ਕੇ। बहुत अभी अभी एक शुरू किया ना तो दूसरा भी दिमाग में आ जाता है। वो धुन एक पे एक इतने सुंदर सुंदर धुन में पिरोए गए हैं शब्दों को, तो सब आते जाता है कि अरे ये भी बहुत सुंदर है, ये भी बहुत सुंदर है। ਮੈਂ ਤਾਂ ਜੀ ਆਖਰੀ ਸਵਾਲ ਕਰਾਂਗਾ। ਸਾਡੇ ਅੱਜ ਦੇ ਜੋ ਨੌਜਵਾਨ ਨੇ, ਜੋ ਸਾਡੇ ਫਿਊਚਰ ਬਣਨਾ ਅੱਗੇ ਜਾ ਕੇ, ਉਹ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਹੇ ਨੇ, ਵੈਸਟਰਨ ਮਿਊਜ਼ਿਕ ਵੱਲ ਜ਼ਿਆਦਾ ਜਾ ਰਹੇ ਨੇ। ਤੁਸੀਂ ਆਪਣੀਆਂ ਰੂਟਸ ਨਾਲ ਜੁੜੇ ਹੋਏ ਹੋ, ਪੰਜਾਬ ਰੂਟਸ ਨਾਲ ਜੁੜਿਆ ਹੋਇਆ, ਪਰ ਜੋ ਭਟਕੇ ਹੋਏ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਵੀ ਕੀ ਪ੍ਰੇਰਨਾ ਹੈ ਉਹਨਾਂ ਦੇ ਲਈ, ਵੀ ਉਹਨਾਂ ਲਈ ਉਹਨਾਂ ਦੀਆਂ ਰੂਟਸ ਪਹਿਲੇ ਹੋਣ, ਜੜ੍ਹਾਂ ਪਹਿਲੇ ਹੋਣ ਉਹਨਾਂ ਦੀਆਂ? मैं क्या खुद सोचती हूँ, पहले मैं वो बताती हूँ कि जीवन एक ही बार मिला है। इस जीवन में जितना पुण्य कमा सकते हो वो कराओ, ताकि आपके आने वाले जनरेशन में वो चीज़ें आगे पास ऑन हो। मैं अपने लिए नहीं, मैं अपने आने वाले जनरेशन के लिए सब अच्छे अच्छे काम करके जाऊंगी। तो जितना अच्छा कर सकती हूँ वो करूँ, बुरे ख्याल ना मन में आए, बुरा कर्म ना करूँ कभी, अच्छे सच्चे लोगों के साथ घिरे रहूँ, कभी ऐसे संगत में ना आऊँ जिससे मैं अपनी चीज़ों से दूर हो जाऊँ। तो इस चीज़ का ख्याल रखती हूँ। और मुझे लगता है कि मुझे हमेशा भगवान ने ऐसे लोगों से जोड़ा है जो मुझे हमेशा सतमार्ग पर ले चले हैं, कहीं भटकने नहीं दिया, हमेशा अच्छे लोगों से मिलवाया, अच्छे क्रम में आपसे मिलवाया, और जिससे इतना सब कुछ नया सीखने को मिला। बहुत मज़ा आता है जब आप अपने जीवन में संतुष्ट हो और अपने एक उसूल के साथ अपने जीवन को जी रहे हो, ना आप इतने सारे भटकने के
कारण मिल सकते हैं आपको। अब भटकना बहुत आसान है, लेकिन मन में अगर आपने अपने प्रति सोच लिया कि ये कुछ नियम है जो मैंने अपने जीवन के लिए बनाया है, इस नियम के विरुद्ध नहीं जाना ठहराव है। जरूरी है। हाँ, उस नहीं, नियम नहीं जो विरोध नहीं है। जरूरी ने ठहराव हाँ, जरूरी मतलब है ये जिंदगी डिसिप्लिन अगर आपने सोचा है कि कुछ भी हो जाए जीवन में, इस रास्ते पे नहीं भटकना है मुझे, इस गलत रास्ते पे नहीं चलना है, तो काफ़ी आसान हो जाता है। साफ सुथरा मन लेके चलो, जैसे आए हो वैसे ही जाओगे। ਧੰਨਵਾਦ ਮਿਤਾਲੀ ਜੀ। ਵਾਹਿਗੁਰੂ ਜੀ ਕਾ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਬਾਪੂ ਜੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕਿਉਂਕਿ ਅੱਜ ਦੀ ਨੌਜਵਾਨ ਪਨੀਰੀ ਹੈ ਸਾਡੀ, ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬਾਹਰੋਂ ਵੀ ਬੜਾ ਕੁਝ ਚੱਲ ਰਿਹਾ, ਕੀ ਬਦਲਾਵ ਦੇਖੇ ਨੇ? ਅੱਜ ਤੋਂ 10 ਸਾਲ ਪਹਿਲੇ ਦੀ ਗੱਲ ਕਰ ਰਹੀ ਜਾਂ ਹੁਣ ਆਉਣ ਵਾਲੇ 10 ਸਾਲਾਂ ਦੇ ਵਿੱਚ ਕੀ ਬਦਲਾਵ ਹੋ ਜਾਣਗੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਜੋ ਮੈਂ ਦੇਖਿਆ ਨਾ ਜੀ, ਬਹੁਤ ਕੁਝ ਦੇਖਿਆ, ਤੇ ਤੱਤਸਾਰ ਉਹਦਾ ਮੈਂ ਜਿਹੜਾ ਥੋੜੇ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਉਹ ਇਹ ਹੈ, ਮਨੁੱਖ ਨੇ ਪਦਾਰਥਾਂ 'ਚ ਬਹੁਤ ਤਰੱਕੀ ਕਰ ਲਈ ਆ, ਪਦਾਰਥਵਾਦੀ ਯੁੱਗ ਹੋ ਗਿਆ, ਤੇ ਮੈਨੂੰ ਨਹੀਂ ਲੱਗਦਾ ਹੁਣ ਕਿਸੇ ਦੇ ਘਰ ਕੋਈ ਕਮੀ ਹੋਵੇ। ਸ਼ਾਇਦ ਥੋੜੇ ਘਰ ਛੱਡ ਕੇ ਕੁਝ ਥੋੜੀ ਜਨਤਾ ਦੇ ਕੋਲ ਸ਼ਾਇਦ ਕਮੀ ਹੋਵੇਗੀ, ਬਾਕੀ ਮੈਕਸੀਮਮ ਲੋਕਾਂ ਦੇ ਕੋਲ ਬਹੁਤ ਸਹੂਲਤਾਂ ਨੇ। ਆ ਸਕਦਾ ਰਾਜਿਆਂ ਵਰਗੀਆਂ ਜ਼ਿੰਦਗੀਆਂ ਜੀ ਰਹੇ ਨੇ, ਪਰ ਅਸ਼ਾਂਤ ਨੇ ਸਾਰੇ। ਸ਼ਾਂਤੀ ਕਿਸੇ ਕੋਲ ਨਹੀਂ ਹੈ, ਟਿਕਾਓ ਕਿਸੇ ਕੋਲ ਨਹੀਂ ਹੈ, ਨਿਰਮਲਤਾ ਕਿਸੇ ਕੋਲ ਨਹੀਂ ਆ। ਸਾਰੇ ਦੇ ਸਾਰੇ ਭਟਕਣਾ ਵਿੱਚ ਪਏ ਹੋਏ ਨੇ ਆ ਸਕਦਾ, ਤੇ ਭਟਕਣਾ ਤੋਂ ਛੁਟਕਾਰਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਆਏਗੀ। ਜਿੰਨੀ ਦੇਰ ਤੱਕ ਬੰਦਾ ਆਪਣੇ ਮੂਲ ਨਾਲ ਨਹੀਂ ਜੁੜਦਾ, ਮੂਲ ਤੋਂ ਟੁੱਟ ਗਏ ਨੇ ਲੋਕ, ਤੇ ਮੂਲ ਨਾਲੋਂ ਟੁੱਟ ਕੇ ਹੀ ਲੋਕ ਭਟਕਦੇ ਫਿਰਦੇ ਨੇ। ਜਿਹਦੇ ਭਟਕਣਾ ਖਤਮ ਕਰਨੀ ਹੈ, ਜੇ ਤਾਂ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨੂੰ ਆਪਣੀ ਸ਼ਰਨ ਵਿੱਚ ਲੈ ਲੈਣ, ਜਾਂ ਬੰਦਾ ਅਰਦਾਸ ਕਰੇ ਸਤਿਗੁਰੂ ਜੀ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ। ਜਿੰਨੀ ਦੇਰ ਤੱਕ ਕੋਈ ਵੀ ਬੰਦਾ ਗੁਰਬਾਣੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਨਹੀਂ ਜਾਏਗਾ, ਭਟਕਣਾ ਖਤਮ ਨਹੀਂ ਹੋਏਗੀ। ਪਦਾਰਥ ਤਾਂ ਬਹੁਤ ਇਕੱਠੇ ਕਰ ਸਕਦਾ ਉਹ, ਇਹ 'ਚ ਕੋਈ ਸ਼ੱਕ ਨਹੀਂ। ਕਾਮ ਜਿਹੜੇ ਬੰਦੇ ਨਹੀਂ ਮੰਨਦੇ, ਨਾਸਤਿਕ ਲੋਕ ਵੀ, ਤਾਂ ਉਹਨਾਂ ਕੋਲ ਪਦਾਰਥ ਬੜਿਆ ਨਹੀਂ, ਕੋਈ ਨਹੀਂ, ਉਹਨਾਂ ਕੋਲ ਨਹੀਂ ਹੁੰਦੇ ਸੁੱਖ, ਉਹਨਾਂ ਕੋਲ ਬੜਿਆ, ਲੇਕਿਨ ਮਨ ਦਾ ਚੈਨ ਨਹੀਂ ਹੋ ਸਕਦਾ। ਤੇ ਮੈਂ ਤਾਂ ਇਹੀ ਚਾਹਾਂਗਾ ਸਹੀ ਗੱਲ ਹੈ ਕਿ ਤੁਸੀਂ ਸਤਿਗੁਰੂ ਸਾਹਿਬ ਜੀ ਨਾਲ ਜੁੜੋ, ਗੁਰਬਾਣੀ ਨਾਲ ਜੁੜੋ। ਗੁਰਬਾਣੀ ਤੁਹਾਨੂੰ ਨੇਕ ਕਰਮ ਤੇ ਲੈ ਕੇ ਜਾਵੇਗੀ। ਬੁਰੇ ਕੰਮਾਂ ਤੋਂ, ਜਿਵੇਂ ਬੇਟੀ ਨੇ ਦੱਸਿਆ ਨਾ ਕਿ ਮੈਂ ਬੁਰੇ ਖਿਆਲਾਂ ਨੂੰ ਆਪਣੇ ਮਨ 'ਚ ਹੀ ਨਹੀਂ ਆਉਣ ਦਿੰਦੀ, ਤੇ ਜਦੋਂ ਬੁਰੇ ਖਿਆਲ ਨਹੀਂ ਆਉਣਗੇ ਤਾਂ ਬੁਰੇ ਕਰਮ ਕਿੱਥੋਂ ਬਣਨਗੇ? ਤੇ ਜਦੋਂ ਚੰਗੇ ਕਰਮ ਬਣਨਗੇ, ਤੇ ਜਦੋਂ ਸਾਡੇ ਕਰਮ ਚੰਗੇ ਬਣਨਗੇ, ਤਾਂ ਅਸੀਂ ਗੁਰੂ ਸਾਹਿਬ ਵੀ ਸਾਨੂੰ ਇਹੀ ਸਮਝਾ ਰਹੇ ਨੇ, ਕਿਰਤ ਕਰਮ ਕੇ ਵਿਛੜੇ, ਤੇ ਕਰਮਾਂ ਕਰਕੇ ਵਿਛੜਿਆ, ਤੇ ਜੋ ਕਰਮ ਚੰਗੇ ਕਰਨੇ ਆ ਤਾਂ ਫਿਰ ਗੁਰਬਾਣੀ ਕਰਵਾਉਗੀ ਸਾਡੇ ਤੋਂ। ਤੇ ਗੁਰਬਾਣੀ ਦਾ ਦੱਸਿਆ ਹੋਇਆ ਮਾਰਗ ਸਾਨੂੰ ਅਪਣਾਉਣਾ ਪਵੇਗਾ ਜੀ, ਇਸ ਤੋਂ ਬਗੈਰ ਕੋਈ ਚਾਰਾ ਹੀ ਨਹੀਂ ਹੈ ਜੀ। ਮੇਰੇ ਤਾਂ ਲਫ਼ਜ਼ਾਂ 'ਚ ਹੀ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਭਾਈਚਾਰਕ ਸਾਂਝ ਦੀ ਤਾਂ ਅਸੀਂ ਗੱਲ ਜ਼ਰੂਰ ਕੀਤੀ ਹੈ, ਪਰ ਇਹ ਗੱਲ ਕਿਤੇ ਨਾ ਕਿਤੇ ਗੁਰੂ ਨਾਲ, ਆਪਣੇ ਜੜ੍ਹਾਂ ਨਾਲ ਜੁੜਨ ਦੀ ਗੱਲ ਜ਼ਰੂਰ ਹੋਈ ਹੈ। ਕਿਉਂਕਿ ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਥਿਲੀ ਜੀ ਵੀ ਆਪਣੇ ਜਿਵੇਂ ਬਿਹਾਰ ਤੋਂ ਨੇ, ਪਰ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ, ਬੜੇ ਸੁਰੀਲੇ ਗਾਇਕ ਨੇ, ਸੂਝਵਾਨ ਨੇ, ਹੁਣ ਗੁਰਬਾਣੀ ਵੱਲ ਹੋਏ ਨੇ, ਗੁਰਬਾਣੀ ਦਾ ਜਿਵੇਂ ਗਾਇਨ ਕਰਦੇ ਨੇ, ਪਰ ਨਾਲ ਨਾਲ ਉਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦੇ ਨੇ ਕਿ ਉਸ ਨੂੰ ਸਮਝਾਂ, ਤਾਂ ਜੋ ਉਸ ਨੂੰ ਸਮਝਣ ਤੋਂ ਬਾਅਦ ਇੱਕ ਪੋਜ਼ੀਟਿਵ ਐਨਰਜੀ, ਜੋ ਖਿਆਲ ਨੇ ਸੰਗਤ ਦੇ ਵਿੱਚ, ਉਹਨਾਂ ਦੇ ਮਨ ਨੂੰ ਪੜ੍ਹ ਸਕੀਏ ਵੀ ਉਹ ਕੀ ਚਾਹੁੰਦੇ ਨੇ, ਹੋਰ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ। ਬਾਪੂ ਜੀ ਹੁਣਾਂ ਨੇ ਵੀ ਇਹੀ ਦੱਸਿਆ ਕਿ ਕਿਸ ਤਰੀਕੇ ਅਸੀਂ ਸਾਂਝੀ ਵਾਰਤਾ ਦਾ ਜਿਵੇਂ ਪ੍ਰਤੀਕ ਲੈ ਕੇ ਚੱਲਣਾ। ਸਾਡੀ ਨੌਜਵਾਨ ਪੀੜ੍ਹੀ ਖਾਸ ਤੌਰ 'ਤੇ ਜੋ ਭਟਕੀ ਹੋਈ ਆ, ਉਹਨਾਂ ਨੂੰ ਵਾਪਸ ਪਰਤਣ ਦੀ ਲੋੜ ਹੈ। ਪਰਤਿਆ ਉਦੋਂ ਹੀ ਜਾਏਗਾ ਜਦੋਂ ਗੁਰੂ ਨਾਲ ਜੁੜਾਂਗੇ ਤੇ ਆਪਣੀਆਂ ਜੜ੍ਹਾਂ ਨਾਲ ਜੁੜਾਂਗੇ। ਫਿਲਹਾਲ ਹੀ ਦਿਓ ਮੈਨੂੰ ਇਜਾਜ਼ਤ। ਸੁਰਖਾਬ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ।